हाँ जी स्टूडेंट्स, ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਓਜ਼ੋਨ ਮੋਲੀਕਿਊਲ। ਆਕਸੀਜਨ ਦੇ ਕੰਪਾਊਂਡਸ ਆਪਾਂ ਡਿਸਕਸ ਕਰ ਰਹੇ ਸੀ, ਜਿਹਦੇ 'ਚ ਪਹਿਲਾਂ ਡਾਈਆਕਸੀਜਨ ਮੋਲੀਕਿਊਲ ਤੇ ਅੱਜ ਨੈਕਸਟ ਹੈ ਸਾਡੇ ਕੋਲ ਓਜ਼ੋਨ ਮੋਲੀਕਿਊਲ O3। ਇਹਦੇ ਬਾਰੇ ਡਿਸਕਸ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਇਹਦੀ ਪ੍ਰੈਪਰੇਸ਼ਨ। ਸੋ ਪ੍ਰੈਪਰੇਸ਼ਨ ਵੈਸੇ ਤਾਂ ਲੈਬੋਰਟਰੀ 'ਚ ਵੀ ਕੀਤੀ ਜਾਂਦੀ ਹੈ, ਬਟ ਨੋਰਮਲੀ ਆਪਾਂ ਦੇਖਦੇ ਹਾਂ ਕਿ ਸਾਡਾ ਜੋ ਆਕਾਸ਼ ਹੈ ਇਸ ਦੇ ਵਿੱਚ ਓਜ਼ੋਨ ਲੇਅਰ ਹੁੰਦੀ ਹੈ। ਅਤੇ ਉੱਥੇ ਫਿਰ ਇਹ ਸਾਇੰਟਿਸਟ ਜਿਹੜੇ ਆ ਉਹਨਾਂ ਦੇ ਦੁਆਰਾ ਇਹ ਚੀਜ਼ ਜਿਹੜੀ ਹੈ ਇਹ ਮੰਨੀ ਜਾਂਦੀ ਹੈ, ਪ੍ਰੋਪੋਜ਼ ਕੀਤੀ ਜਾਂਦੀ ਹੈ ਕਿ ਉੱਥੇ ਜਿਹੜੀ ਆਕਸੀਜਨ ਹੁੰਦੀ ਹੈ, ਜਦੋਂ ਉਹ ਸੂਰਜ ਤੋਂ ਆ ਰਹੀਆਂ ਅਲਟਰਾਵਾਇਲਟ ਰੇਜ਼ ਦੇ ਨਾਲ ਆਕਸੀਜਨ ਦਾ ਰਿਐਕਸ਼ਨ ਹੁੰਦਾ ਹੈ, ਤਾਂ ਉਸ ਸਮੇਂ ਵੀ ਉਹਦੇ ਤੋਂ ਓਜ਼ੋਨ ਲੇਅਰ ਜੋ ਹੈ ਜਾਂ ਓਜ਼ੋਨ ਗੈਸ ਜਿਹੜੀ ਹੈ ਉਹ ਪ੍ਰਪੇਅਰ ਕੀਤੀ ਜਾਂਦੀ ਹੈ। ਸੋ ਉਹੀ ਆਪਾਂ ਇੱਥੇ ਡਿਸਕਸ ਕਰਾਂਗੇ। ਪਹਿਲਾ ਮੈਥਡ ਇਹੀ ਹੈ ਇਹਦਾ। ਇਟ ਇਜ਼ ਬਿਲੀਵਡ ਦੈਟ ozone molecule is formed in the upper atmosphere by the action of ultraviolet rays on oxygen molecule। ਇਹ ਬਿਲੀਵ ਕੀਤਾ ਜਾਂਦਾ ਹੈ ਕਿ ਓਜ਼ੋਨ ਮੋਲੀਕਿਊਲ ਜਿਹੜਾ ਹੈ ਅਪਰ ਐਟਮੋਸਫੇਅਰ ਦੇ ਵਿੱਚ ਅਲਟਰਾਵਾਇਲਟ ਰੇਜ਼ ਦਾ ਜਦੋਂ ਰਿਐਕਸ਼ਨ ਹੁੰਦਾ ਆਕਸੀਜਨ ਦੇ ਉੱਤੇ, ਉਸ ਸਮੇਂ ਬਣਦੀ ਹੈ ਓਜ਼ੋਨ ਲੇਅਰ। ਸੋ ਰਿਐਕਸ਼ਨ ਹੈ ਇੱਥੇ 3 ਮੋਲੀਕਿਊਲਸ ਆਫ ਆਕਸੀਜਨ ਪਲਸ ਅਲਟਰਾਵਾਇਲਟ ਰੇਜ਼, ਇਟ ਗਿਵਜ਼ ਓਜ਼ੋਨ ਮੋਲੀਕਿਊਲ। ਅਤੇ ਨੈਕਸਟ ਦੂਜਾ ਮੈਥਡ ਇਹਦਾ ਲੈਬੋਰਟਰੀ ਪ੍ਰੈਪਰੇਸ਼ਨ ਦਾ। ਇਨ ਦ ਲੈਬੋਰਟਰੀ ozone molecule is prepared by the silent electric discharge upon oxygen molecule। ਜਦੋਂ ਆਕਸੀਜਨ ਮੋਲੀਕਿਊਲ ਦੇ ਉੱਤੇ ਸਾਈਲੈਂਟ ਇਲੈਕਟ੍ਰਿਕ ਡਿਸਚਾਰਜ ਜੋ ਹੈ ਉਹ ਲਗਾਇਆ ਜਾਂਦਾ ਹੈ, ਜਾਂ ਨੋਰਮਲ ਦੇ ਵਿੱਚ 2 ਇਲੈਕਟ੍ਰੋਡ ਲਏ ਜਾਂਦੇ ਆ, ਉਸ ਸਮੇਂ ਡਰਾਈ ਆਕਸੀਜਨ ਗੈਸ ਜਿਹੜੀ ਹੈ ਉਹਦੇ ਵਿੱਚੋਂ ਪਾਸ ਕਰਵਾਈ ਜਾਂਦੀ ਹੈ। ਸਾਈਲੈਂਟ ਇਲੈਕਟ੍ਰਿਕ ਡਿਸਚਾਰਜ ਮੀਨਜ਼ ਬਹੁਤ ਹਾਈ ਵੋਲਟੇਜ ਦਾ ਇਲੈਕਟ੍ਰਿਕ ਕਰੰਟ ਜਿਹੜਾ ਕਿ ਬਹੁਤ ਜ਼ਿਆਦਾ ਐਨਰਜੀ ਕੰਜ਼ਿਊਮ ਕਰਦਾ ਹੈ, ਬਟ ਵੋਇਸ ਬਿਲਕੁਲ ਨਹੀਂ ਹੁੰਦੀ, ਇਨਆਡੀਬਲ ਹੁੰਦਾ, ਇਹ ਆਵਾਜ਼ ਨਹੀਂ ਹੁੰਦੀ ਇਹਦੀ ਬਿਲਕੁਲ ਵੀ। ਸੋ ਹਾਈ ਵੋਲਟੇਜ ਦਾ ਇਲੈਕਟ੍ਰਿਕ ਕਰੰਟ ਹੁੰਦਾ ਹੈ। ਜਦੋਂ ਇਹਦੇ ਵਿੱਚੋਂ ਆਕਸੀਜਨ ਪਾਸ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਵੀ ਇਸ ਤੋਂ ਓਜ਼ੋਨ ਮੋਲੀਕਿਊਲ ਪ੍ਰਪੇਅਰ ਕੀਤਾ ਜਾਂਦਾ ਹੈ। ਸੋ ਲਿਖਿਆ ਹੋਇਆ ਰਿਐਕਸ਼ਨ 3 ਮੋਲੀਕਿਊਲਸ ਆਫ ਆਕਸੀਜਨ, ਸਾਈਲੈਂਟ ਇਲੈਕਟ੍ਰਿਕ ਡਿਸਚਾਰਜ ਐਂਡ 2 ਮੋਲੀਕਿਊਲਸ ਆਫ ਓਜ਼ੋਨ ਇਹਦੇ ਤੋਂ ਪ੍ਰਪੇਅਰ ਕੀਤੇ ਜਾਂਦੇ ਆ। ਨੈਕਸਟ ਅੱਗੇ ਫਿਰ ਇਸ ਤੋਂ ਬਾਅਦ ਪ੍ਰੋਪਰਟੀਜ਼ ਇਹਦੀਆਂ ਓਜ਼ੋਨ ਦੀਆਂ। ਸੋ ਇਹਦੇ 'ਚ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਫਿਜ਼ੀਕਲ ਪ੍ਰੋਪਰਟੀਜ਼ ਇਸ ਦੀਆਂ ਡਿਸਕਸ ਕਰਾਂਗੇ। ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਤਾਂ ਇਹ ਹੈ ਕਿ ਓਜ਼ੋਨ ਗੈਸ ਹੁੰਦੀ ਹੈ ਇੱਕ। ਸੋ ਪੇਲ ਬਲੂ ਕਲਰ ਦੀ ਗੈਸ ਹੁੰਦੀ ਹੈ ਅਤੇ ਬਹੁਤ ਤਿੱਖੀ ਜਿਹੀ ਸਮੈਲ ਹੁੰਦੀ ਹੈ ਇਹਦੀ। ਇਟ ਇਜ਼ ਪੇਲ ਬਲੂ ਗੈਸ ਹੈਵਿੰਗ ਪੰਜੈਂਟ ਸਮੈਲ। ਨੋਰਮਲ 'ਚ ਜਦੋਂ ਆਪਾਂ ਕਿਸੇ ਸਿਨੇਮਾ ਹਾਲ ਦੇ ਵਿੱਚ ਜਾਂਦੇ ਹਾਂ ਜਾਂ ਕਿਤੇ ਅੰਡਰਗਰਾਊਂਡ ਕੋਈ ਰੇਲਵੇ ਸਟੇਸ਼ਨ ਹੈ, ਇਹੋ ਜਿਹੀਆਂ ਚੀਜ਼ਾਂ, ਜਦੋਂ ਆਡੀਟੋਰੀਅਮ ਵਗੈਰਾ ਹੈ ਉੱਥੇ ਜਾਂਦੇ ਹਾਂ, ਤਾਂ ਇੱਕ ਤਿੱਖੀ ਜਿਹੀ ਸਮੈਲ ਜੋ ਹੈ ਉਹ ਸਾਨੂੰ ਉੱਥੇ ਇਨਹੇਲ ਕਰਨ ਨੂੰ ਮਿਲਦੀ ਹੈ। ਉਹ ਓਜ਼ੋਨ ਮੋਲੀਕਿਊਲ ਹੀ ਜੋ ਹੈ ਉਸ ਦੀ ਸਮੈਲ ਹੁੰਦੀ ਹੈ, ਉਹ ਓਜ਼ੋਨ ਉੱਥੇ ਛੱਡੀ ਜਾਂਦੀ ਹੈ, ਕਿਉਂਕਿ ਓਜ਼ੋਨ ਜੋ ਹੈ ਇਹ ਡੀਕੰਪੋਜ਼ ਹੋ ਕੇ ਆਕਸੀਜਨ 'ਚ ਕਨਵਰਟ ਹੋ ਜਾਂਦੀ ਹੈ। ਸੋ ਉੱਥੇ ਫਿਰ ਆਕਸੀਜਨ ਦੀ ਪ੍ਰੋਡਕਸ਼ਨ ਦੇ ਲਈ ਓਜ਼ੋਨ ਉੱਥੇ ਛੱਡੀ ਜਾਂਦੀ ਹੈ। ਇਹਨਾਂ ਅੰਡਰਗਰਾਊਂਡ ਰੇਲਵੇ ਸਟੇਸ਼ਨ ਹੋ ਗਏ ਜਾਂ ਫਿਰ ਸਾਡੇ ਕੋਲ ਆਡੀਟੋਰੀਅਮ ਹੋ ਗਏ ਜਾਂ ਸਿਨੇਮਾ ਹਾਲਸ, ਉਹਨਾਂ ਦੇ ਵਿੱਚ ਓਜ਼ੋਨ ਛੱਡੀ ਜਾਂਦੀ ਹੈ। ਤਿੱਖੀ ਜਿਹੀ ਸਮੈਲ ਹੁੰਦੀ ਇਹਦੀ। ਇਟ ਇਜ਼ ਹੈਵੀਅਰ ਦੈਨ ਏਅਰ। ਹਵਾ ਤੋਂ ਥੋੜ੍ਹੀ ਜਿਹੀ ਭਾਰੀ ਹੁੰਦੀ ਹੈ। ਇਟਸ ਬੋਇਲਿੰਗ ਪੁਆਇੰਟ ਇਜ਼ 385 ਕੈਲਵਿਨ ਐਂਡ ਮੈਲਟਿੰਗ ਪੁਆਇੰਟ ਇਜ਼ 24 ਕੈਲਵਿਨ। It is less soluble in water but more soluble in organic compounds like carbon tetrachloride, turpentine oil, etc। ਤਾਰਪੀਨ ਦਾ ਤੇਲ ਜੋ ਪੇਂਟ ਵਗੈਰਾ 'ਚ ਮਿਕਸ ਹੁੰਦਾ ਹੈ ਉਹਦੇ ਵਿੱਚ ਇਹ ਸੋਲੇਬਲ ਹੈ, ਬਟ ਇਹ ਜਿਹੜੇ ਪੋਲਰ ਕੰਪਾਊਂਡਸ ਹੁੰਦੇ ਆ ਉਹਨਾਂ ਦੇ ਵਿੱਚ ਇਹ ਘੱਟ ਸੋਲੇਬਲ ਹੁੰਦੀ ਹੈ, ਮਤਲਬ ਵਾਟਰ ਵਗੈਰਾ। ਨੈਕਸਟ, ਦ ਸਮੋਲ ਕੰਸਨਟ੍ਰੇਸ਼ਨ ਆਫ ਓਜ਼ੋਨ ਇਜ਼ ਹਾਰਮਲੈਸ। ਜੇਕਰ ਇਹਦੀ ਘੱਟ ਕੰਸਨਟ੍ਰੇਸ਼ਨ ਇਨਹੇਲ ਕੀਤੀ ਜਾਵੇ ਤਾਂ ਉਹਦਾ ਕੋਈ ਇਫੈਕਟ ਨਹੀਂ ਹੈ, but if the concentration rises above to about 100 parts per million then breathing becomes uncomfortable। ਬਟ ਜੇਕਰ ਇਹਦੀ ਕੰਸਨਟ੍ਰੇਸ਼ਨ ਜ਼ਿਆਦਾ ਹੋ ਜਾਵੇ, ਓਜ਼ੋਨ ਜ਼ਿਆਦਾ ਛੱਡ ਦਿੱਤੀ ਜਾਵੇ 100 ਪਾਰਟਸ ਪਰ ਮਿਲੀਅਨ ਇੰਨੀ ਅਮਾਊਂਟ ਦੇ ਵਿੱਚ, ਤਾਂ ਉਸ ਸਮੇਂ ਫਿਰ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ, ਰਿਜ਼ਲਟਿੰਗ ਇਨ ਹੈਡੇਕ ਐਂਡ ਨੋਜ਼ੀਆ। ਅਤੇ ਫਿਰ ਰਿਜ਼ਲਟ ਕੀ ਨਿਕਲਦਾ ਉਸਦਾ ਕਿ ਜਾਂ ਤਾਂ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਜਾਂ ਫਿਰ ਵੋਮਿਟਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਚੱਕਰ ਵਗੈਰਾ ਆਉਣੇ ਸ਼ੁਰੂ ਹੋ ਜਾਂਦੇ ਆ, ਅਨਕੰਫਰਟੇਬਲ ਫੀਲ ਕਰਦਾ ਬੰਦਾ। ਸੋ ਦੀਜ਼ ਆਰ ਦਾ ਫਿਜ਼ੀਕਲ ਪ੍ਰੋਪਰਟੀਜ਼ ਆਫ ਓਜ਼ੋਨ। ਨੈਕਸਟ ਹੈ ਕੈਮੀਕਲ ਪ੍ਰੋਪਰਟੀਜ਼ ਇਹਦੀਆਂ। ਸੋ ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਸਭ ਤੋਂ ਪਹਿਲਾਂ ਐਕਸ਼ਨ ਵਿਦ ਲਿਟਮਸ। ਜਿਵੇਂ ਆਕਸੀਜਨ ਮੋਲੀਕਿਊਲ ਦਾ ਕੋਈ ਐਕਸ਼ਨ ਨਹੀਂ ਹੁੰਦਾ ਬਲੂ ਜਾਂ ਰੈੱਡ ਲਿਟਮਸ ਦੇ ਉੱਤੇ, ਇਸ ਦਾ ਵੀ ਉਸੇ ਤਰ੍ਹਾਂ ਹੀ ਹੈ ਸੇਮ। ਓਜ਼ੋਨ ਇਜ਼ ਨਿਊਟਰਲ ਟੂਵਰਡਸ ਲਿਟਮਸ because it does not give any color change with blue or
ਰੈੱਡ ਲਿਟਮਸ। ਨੈਕਸਟ ਡੀਕੰਪੋਜੀਸ਼ਨ, ਤੋੜਿਆ ਜਾ ਸਕਦਾ, ਇਹਨੂੰ ਡੀਕੰਪੋਜ਼ ਕੀਤਾ ਜਾ ਸਕਦਾ। ਨੋਰਮਲ ਰੂਮ ਟੈਂਪਰੇਚਰ 'ਤੇ ਹੀ ਇਹ ਡੀਕੰਪੋਜ਼ ਹੋ ਜਾਂਦੀ ਹੈ। ਸੋ ਲਿਖਿਆ ਹੋਇਆ ਓਜ਼ੋਨ ਇਜ਼ ਥਰਮੋਡਾਇਨਾਮਿਕਲੀ ਅਨਸਟੇਬਲ ਵਿਦ ਰਿਸਪੈਕਟ ਟੂ ਆਕਸੀਜਨ। ਮਤਲਬ ਆਕਸੀਜਨ ਦੇ ਨਾਲੋਂ ਘੱਟ ਸਟੇਬਲ ਹੈ ਇਹ ਹੀਟ ਦੇ ਨਾਲ। ਥੋੜ੍ਹੀ ਜਿਹੀ ਹੀਟ ਮਿਲੇ ਤੇ ਇਹ ਇੱਕਦਮ ਡੀਕੰਪੋਜ਼ ਹੋ ਜਾਂਦੀ ਹੈ। ਪਿਓਰ ਓਜ਼ੋਨ ਡੀਕੰਪੋਜ਼ਸ ਈਵਨ ਐਟ ਰੂਮ ਟੈਂਪਰੇਚਰ। ਪਿਓਰ ਓਜ਼ੋਨ ਤਾਂ ਰੂਮ ਟੈਂਪਰੇਚਰ ਦੇ ਉੱਤੇ ਵੀ ਡੀਕੰਪੋਜ਼ ਹੋ ਜਾਂਦੀ, ਬਟ ਵੈਰੀ ਸਲੋਲੀ, ਬਟ ਹੌਲੀ ਹੌਲੀ। ਬਟ ਅਪੋਨ ਹੀਟਿੰਗ ਅਬਵ 475 ਕੈਲਵਿਨ ਇਟ ਡੀਕੰਪੋਜ਼ਸ ਰੈਡੀਲੀ ਟੂ ਗਿਵ ਆਕਸੀਜਨ ਗੈਸ। ਜੇਕਰ 475 ਕੈਲਵਿਨ ਟੈਂਪਰੇਚਰ ਦੇ ਉੱਤੇ ਇਹਨੂੰ ਹੀਟ ਕੀਤਾ ਜਾਵੇ ਤਾਂ ਉਸ ਸਮੇਂ ਇੱਕਦਮ ਇਹ ਆਕਸੀਜਨ ਗੈਸ 'ਚ ਕਨਵਰਟ ਹੋ ਜਾਂਦੀ ਹੈ। ਸੋ ਰਿਐਕਸ਼ਨ ਵੀ ਲਿਖਿਆ ਹੋਇਆ, 2 ਮੋਲੀਕਿਊਲਸ ਆਫ ਓਜ਼ੋਨ, ਟੈਂਪਰੇਚਰ ਅਬਵ 475 ਕੈਲਵਿਨ, ਤੇ ਕੈਟਾਲਿਸਟ ਹੈ ਪਲਾਟੀਨਮ ਤੇ ਮੈਂਗਨੀਜ਼ ਡਾਈਆਕਸਾਈਡ, ਐਂਡ 3 ਮੋਲੀਕਿਊਲਸ ਆਫ ਆਕਸੀਜਨ ਇੱਥੋਂ ਪ੍ਰਪੇਅਰ ਹੋ ਜਾਂਦੇ ਆ। ਨੈਕਸਟ ਅਗਲੀ ਪ੍ਰੋਪਰਟੀ ਹੈ ਆਕਸੀਡਾਈਜ਼ਿੰਗ ਏਜੰਟ। ਵੈਸੇ ਵੀ ਤੁਸੀਂ ਪੜ੍ਹਿਆ ਕਿ ਉਹ ਕੰਪਾਊਂਡਸ ਜਿਨ੍ਹਾਂ ਦੇ ਵਿੱਚ ਆਕਸੀਜਨ ਜ਼ਿਆਦਾ ਅਮਾਊਂਟ ਦੇ ਵਿੱਚ ਹੁੰਦੀ ਹੈ ਉਹ ਵੀ ਸਟਰੋਂਗਰ ਆਕਸੀਡਾਈਜ਼ਿੰਗ ਏਜੰਟਸ ਹੁੰਦੇ ਆ, ਅਤੇ ਇਹ ਤਾਂ ਹੈ ਹੀ 3 ਆਕਸੀਜਨ ਦੇ ਐਲੀਮੈਂਟਸ ਆਪਸ 'ਚ ਅਟੈਚ ਹੋਏ ਵੇ। ਇਸ ਕਰਕੇ ਇਹ ਓਜ਼ੋਨ ਜਿਹੜੀ ਹੈ ਇੱਕ ਸਟਰੋਂਗਰ ਆਕਸੀਡਾਈਜ਼ਿੰਗ ਏਜੰਟ ਹੁੰਦੀ ਹੈ। ਉਹਦੇ ਨਾਲ ਨਾਲ ਜਦੋਂ ਇਹ ਡੀਕੰਪੋਜ਼ ਹੁੰਦੀ ਹੈ ਤਾਂ ਇਸ ਤੋਂ ਨੇਸੈਂਟ ਆਕਸੀਜਨ ਮਿਲਦੀ ਹੈ। ਨੇਸੈਂਟ ਆਕਸੀਜਨ ਇਜ਼ ਆਲਸੋ ਅ ਸਟਰੋਂਗਰ ਆਕਸੀਡਾਈਜ਼ਿੰਗ ਏਜੰਟ। ਸੋ ਲਿਖਿਆ ਹੋਇਆ ozone is one of the most powerful oxidizing agent and is also stronger than molecular oxygen। molecular oxygen ਤੋਂ ਵੀ ਜ਼ਿਆਦਾ ਇਹ stronger oxidizing agent ਹੈ। because ozone has higher energy content and it decomposes to give nascent oxygen as। ਕਿਉਂਕਿ ਇਹਦੇ ਵਿੱਚ એનર્ਜੀ ਕੰਟੈਂਟ ਜ਼ਿਆਦਾ ਹੁੰਦਾ ਅਤੇ ਡੀਕੰਪੋਜ਼ ਹੋ ਕੇ ਇਹ ਨੇਸੈਂਟ ਆਕਸੀਜਨ ਪ੍ਰੋਵਾਈਡ ਕਰਦੀ ਹੈ। ਦੇਖੋ ਲਿਖਿਆ ਹੋਇਆ ਓਜ਼ੋਨ ਡੀਕੰਪੋਜ਼ ਹੋ ਕੇ ਆਕਸੀਜਨ ਮੋਲੀਕਿਊਲ ਪਲੱਸ ਨੇਸੈਂਟ, ਇਕੱਲੀ ਮਤਲਬ ਨਵਜਨਮੀ ਆਕਸੀਜਨ ਜਿਹੜੀ ਹੈ ਇਹ ਪ੍ਰਪੇਅਰ ਹੋ ਜਾਂਦੀ ਹੈ, ਜਿਹੜੀ ਕਿ ਇੱਕ ਸਟਰੋਂਗਰ ਆਕਸੀਡਾਈਜ਼ਿੰਗ ਏਜੰਟ ਦਾ ਕੰਮ ਕਰਦੀ ਹੈ। ਇਸ ਤੋਂ ਬਾਅਦ ਨੈਕਸਟ ਪ੍ਰੋਪਰਟੀ ਇਹਦੀ ਬਲੀਚਿੰਗ ਏਜੰਟ। ਡੀਕਲਰਾਈਜ਼ ਕਰਨ ਦੇ ਲਈ ਵੀ ਮਟੀਰੀਅਲਸ ਨੂੰ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਲਿਖਿਆ ਹੋਇਆ ਡਿਊ ਟੂ ਆਕਸੀਡਾਈਜ਼ਿੰਗ ਐਕਸ਼ਨ ਆਫ ਓਜ਼ੋਨ ਇਟ ਐਕਟਸ ਐਜ਼ ਏ ਸਟਰੋਂਗ ਬਲੀਚਿੰਗ ਏਜੰਟ ਐਜ਼ ਵੈਲ ਐਜ਼ ਸਟਰਲਾਈਜ਼ਿੰਗ ਏਜੰਟ। ਡੀਕਲਰਾਈਜ਼ ਕਰਨ ਦੇ ਲਈ ਵੀ ਅਤੇ ਕਿਸੇ ਚੀਜ਼ ਨੂੰ ਜੀਵਾਣੂ ਜਾਂ ਵਿਸ਼ਾਣੂ ਮੁਕਤ ਕਰਨ ਦੇ ਲਈ ਵੀ, ਪਿਓਰੀਫਾਈ ਕਰਨ ਦੇ ਲਈ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਇਟ ਐਕਟਸ ਐਜ਼ ਏ ਬਲੀਚਿੰਗ ਏਜੰਟ ਫॉर ਵੈਜੀਟੇਬਲ ਕਲਰਿੰਗ ਮੈਟਰ। ਸੋ ਜਿਹੜੀਆਂ ਵੈਜੀਟੇਬਲਸ ਨੇ ਡਿਫਰੈਂਟ ਕਈ ਵਾਰੀ ਕਲਰਸ ਜਿਹੜੇ ਆ ਉਹਨਾਂ ਨੂੰ ਡੀਕਲਰਾਈਜ਼ ਕਰਨ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਪ੍ਰੋਪਰਟੀ ਹੈ ਸਾਡੇ ਕੋਲ ਫਾਰਮੇਸ਼ਨ ਆਫ ਓਜ਼ੋਨਾਈਡਸ। ਇਹ +1 ਦੇ ਵਿੱਚ ਵੀ ਇਹ ਤੁਸੀਂ ਰਿਐਕਸ਼ਨ ਪੜ੍ਹਿਆ, ਐਲਕੀਨਸ ਜਿਹੜੇ ਆ ਉਹਨਾਂ ਦਾ ਰਿਐਕਸ਼ਨ ਵਿਦ ਓਜ਼ੋਨ, ਤਾਂ ਇੱਥੇ ਓਜ਼ੋਨਾਈਡ ਬਣਦੇ ਆ। ਸੋ ਇੱਥੇ ਵੀ ਉਹ ਰਿਐਕਸ਼ਨ ਹੈ ਸਿਮਿਲਰ ਸਾਡੇ ਕੋਲ। ਓਜ਼ੋਨ ਰਿਐਕਟਸ ਵਿਦ ਐਲਕੀਨਸ ਇਨ ਦ ਪ੍ਰੈਜ਼ੈਂਸ ਆਫ CCl4 ਟੂ ਫਾਰਮ ਓਜ਼ੋਨਾਈਡਸ। ਸੋ ਇੱਥੇ ਇਥੀਨ ਜਾਂ ਇਥਲੀਨ ਮੋਲੀਕਿਊਲ ਰਿਐਕਸ਼ਨ ਵਿਦ ਓਜ਼ੋਨ, ਕਾਰਬਨ ਟੈਟਰਾਕਲੋਰਾਈਡ ਦੀ ਪ੍ਰੈਜ਼ੈਂਸ 'ਚ ਰਿਐਕਸ਼ਨ, ਅਤੇ ਇੱਥੇ ਫਿਰ ਕਾਰਬਨ ਦੋਨੋਂ ਜਿਹੜੇ ਆ ਇਹਨਾਂ ਦੇ ਨਾਲ 3 ਦੇ 3 ਆਕਸੀਜਨ ਇਸ ਤਰ੍ਹਾਂ ਅਟੈਚ ਹੋ ਜਾਂਦੇ ਆ। ਸੋ ਦਿਸ ਇਜ਼ ਇਥੀਲੀਨ ਓਜ਼ੋਨਾਈਡ। ਇਹ ਮੋਲੀਕਿਊਲ ਜੋ ਹੈ ਇੱਥੇ ਪ੍ਰਪੇਅਰ ਹੋ ਜਾਂਦਾ ਹੈ। ਇਹ ਸੀ ਇਹਦੀਆਂ ਕੈਮੀਕਲ ਪ੍ਰੋਪਰਟੀਜ਼। ਨੈਕਸਟ ਇਸ ਤੋਂ ਬਾਅਦ ਹੈ ਸਾਡੇ ਕੋਲ ਯੂਜ਼ਸ ਆਫ ਓਜ਼ੋਨ ਮੋਲੀਕਿਊਲ, ਕਿ ਓਜ਼ੋਨ ਕਿੱਥੇ ਕਿੱਥੇ ਯੂਜ਼ ਹੁੰਦੀ ਹੈ। ਇਟ ਇਜ਼ ਅ ਪ੍ਰੋਟੈਕਟਿਵ ਲੇਅਰ ਦੈਟ ਪ੍ਰੋਟੈਕਟਸ ਅਸ ਫਰੋਮ ਡੇਂਜਰਸ ਅਲਟਰਾਵਾਇਲਟ ਰੇਜ਼। ਸੋ ਇਹ ਇੱਕ ਪ੍ਰੋਟੈਕਟਿਵ ਲੇਅਰ ਹੈ ਜਿਹੜੀ ਕਿ ਸਾਨੂੰ ਹਾਰਮਫੁਲ ਅਲਟਰਾਵਾਇਲਟ ਰੇਜ਼ ਤੋਂ ਬਚਾ ਕੇ ਰੱਖਦੀ ਹੈ। ਇਟ ਇਜ਼ ਯੂਜ਼ਡ ਇਨ ਸਮ ਥੀਏਟਰਸ ਫॉर ਦ ਪ੍ਰੋਡਕਸ਼ਨ ਆਫ ਆਕਸੀਜਨ, ਜਿਵੇਂ ਪਹਿਲਾਂ ਹੀ ਦੱਸਿਆ ਤੁਹਾਨੂੰ। ਇਟ ਇਜ਼ ਯੂਜ਼ਡ ਫॉर ਦ ਪ੍ਰੈਪਰੇਸ਼ਨ ਆਫ ਓਜ਼ੋਨਾਈਡਸ। ਇਟ ਇਜ਼ ਯੂਜ਼ਡ ਐਜ਼ ਏ ਬਲੀਚਿੰਗ ਏਜੰਟ ਫॉर ਵੈਜੀਟੇਬਲ ਕਲਰਿੰਗ ਮੈਟਰ। It is used as a strong oxidizing agent to prepare nascent oxygen. It is also used as a sterilizing agent to purify water. It is also used to prepare oxygen. It is used for purifying the air of crowded places such as cinema halls, underground railway stations, auditoriums, tunnels, mines, etc. ਤੁਹਾਨੂੰ ਦੱਸਿਆ ਕਿ ਨਾਰਮਲ ਰੂਮ ਟੈਂਪਰੇਚਰ ਦੇ ਉੱਤੇ ਇਹ ਓਜ਼ੋਨ ਡੀਕੰਪੋਜ਼ ਹੋ ਕੇ ਆਕਸੀਜਨ ਬਣਾਉਂਦੀ ਹੈ। ਸੋ ਉਸ ਕਰਕੇ ਕਰਾਊਡਡ ਪਲੇਸਿਸ ਦੀ ਜਿਹੜੀ ਹਵਾ ਹੈ ਉਹਨੂੰ ਪਿਓਰੀਫਾਈ ਕਰਨ ਦੇ ਲਈ, ਉੱਥੇ ਆਕਸੀਜਨ ਦਾ ਕੰਟੈਂਟ ਇਨਕਰੀਜ਼ ਕਰਨ ਦੇ ਲਈ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਹੈ ਇਟ ਇਜ਼ ਯੂਜ਼ਡ ਇਨ ਇੰਡਸਟਰੀ ਫॉर ਦ ਮੈਨੂਫੈਕਚਰ ਆਫ ਪੋਟਾਸ਼ੀਅਮ ਪਰਮੈਂਗਨੇਟ, ਆਰਟੀਫਿਸ਼ੀਅਲ ਸਿਲਕ, ਸਿੰਥੈਟਿਕ ਕੈਂਫਰ ਐਟਸੈਟਰਾ। ਇੰਡਸਟਰੀ ਦੇ ਵਿੱਚ ਇਹਨੂੰ ਪੋਟਾਸ਼ੀਅਮ ਪਰਮੈਂਗਨੇਟ ਪ੍ਰਪੇਅਰ ਕਰਨ ਦੇ ਲਈ,
ਜਾਂ ਆਰਟੀਫਿਸ਼ੀਅਲ ਸਿਲਕ ਬਣਾਉਣ ਦੇ ਲਈ, ਜਾਂ ਕੈਂਫਰ ਜਿਹੜੀ ਹੁੰਦੀ ਹੈ ਇਹ ਬਣਾਉਣ ਦੇ ਲਈ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਸੋ ਇਹ ਸੀ ਤੁਹਾਡੇ ਆਕਸੀਜਨ ਦੇ 2 ਮੋਲੀਕਿਊਲਸ। ਇਹਦੇ ਨਾਲ ਤੁਹਾਡਾ ਆਕਸੀਜਨ ਵਾਲਾ ਪਾਰਟ ਜੋ ਹੈ ਇਹ ਖ਼ਤਮ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਨੈਕਸਟ ਸਲਫਰ ਦੇ ਬਾਰੇ ਡਿਸਕਸ ਕਰਾਂਗੇ ਤੁਹਾਡੀ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।